ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਦੀ 6ਵੀਂ ਪੌੜੀ ਤੋਂ ਵਿਆਖਿਆ ਸਰਵਣ ਕਰੋ। ਸਤਿਗੁਰੂ ਜੀ ਫਰਮਾਉਂਦੇ ਹਨ, ਨਹਿ ਕਿਛ ਜਨਮੈ ਨਹਿ ਕਿਛ ਮਰੈ। ਮਹਾਰਾਜ ਬਚਨ ਕਰਦੇ ਹਨ, ਉਹ ਪਰਮੇਸ਼ਰ ਦਾ ਜਿਹੜਾ ਵਾਸਤਵਿਕ ਸਰੂਪ ਹੈ, ਉਸ ਦੇ ਵਿੱਚ ਨਾ ਕੁਛ ਜਨਮ ਲੈਂਦਾ, ਨਾ ਉਹਦੇ ਵਿੱਚ ਕੁਛ ਮਰਦਾ, ਨਾ ਉੱਥੇ ਕਿਸੇ ਦਾ ਜਨਮ ਹੁੰਦਾ, ਨਾ ਕਿਸੇ ਦੀ ਮੌਤ ਹੁੰਦੀ ਹੈ। ਆਪਨ ਚਲਿਤ ਆਪ ਹੀ ਕਰੈ। ਇਹ ਉਸ ਵਾਹਿਗੁਰੂ ਦੇ ਆਪਣੇ ਚਲਿੱਤਰ ਹਨ, ਕੌਤਕ ਹਨ। ਉਹ ਆਪ ਹੀ ਸਾਰੇ ਕੌਤਕ ਕਰ ਰਿਹਾ ਹੈ। ਇੱਕ ਸਿਰਫ ਤਮਾਸ਼ਾ ਹੀ ਹੈ, ਚਲਿੱਤਰ ਹੀ ਹੈ। ਅਸਲ ਦੇ ਵਿੱਚ ਵਾਸਤਵਿਕ ਦੇ ਵਿੱਚ ਉਸ ਦੇ ਸਰੂਪ ਦੇ ਵਿੱਚ ਨਾ ਕੁਛ ਚੀਜ਼ ਜਨਮ ਲੈਂਦੀ ਹੈ, ਨਾ ਮਰਦੀ ਹੈ। ਅੱਗੇ ਸਰਵਣ ਕਰੋ। ਮਹਾਰਾਜ ਕਹਿੰਦੇ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ। ਮਹਾਰਾਜ ਤੁਸੀਂ ਕਹਿੰਦੇ ਹੋ ਵੀ ਕੋਈ ਚੀਜ਼ ਜਨਮ ਨਹੀਂ ਲੈਂਦੀ, ਕਿਸੇ ਦਾ ਜਨਮ ਨਹੀਂ ਹੁੰਦਾ, ਕੋਈ ਮਰਦਾ ਨਹੀਂ ਹੈ। ਪਰ ਮਹਾਰਾਜ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਪਰ ਜਦੋਂ ਜੀਵ ਇਹ ਜਨਮ ਲੈ ਕੇ ਆਉਂਦਾ, ਉਦੋਂ ਤਾਂ ਮਹਾਰਾਜ ਦਿਸਦਾ ਸਭ ਕੁਝ ਵੀ ਇਹਦਾ ਜਨਮ ਹੋਇਆ ਹੈ। ਜਾਵਨ ਅਨਦ੍ਰਿਸ਼ਟ, ਤੇ ਜਦੋਂ ਇੱਥੋਂ ਦੁਨੀਆ ਤੋਂ ਜਾਂਦਾ ਤੇ ਉਸ ਵਕਤ ਸਾਰੇ ਉੱਥੇ ਜਦੋਂ ਸਾਕ ਸੰਬੰਧੀ ਲਾਗੇ ਖੜੇ ਹੁੰਦੇ ਆ, ਤੇ ਉਸ ਵਕਤ ਸਾਰਿਆਂ ਨੇ ਨਬਜ਼ਾਂ ਫੜੀਆਂ ਹੁੰਦੀਆਂ ਨੇ। ਤੇ ਪਰ ਇਹਦੇ ਵਿੱਚੋਂ ਜਦੋਂ ਇਸ ਦੀ ਮੌਤ ਹੁੰਦੀ ਹੈ, ਜਿਹੜਾ ਜੀਵ ਨਿਕਲ ਕੇ ਚਲਿਆ ਜਾਂਦਾ ਉਹ ਅਦ੍ਰਿਸ਼ਟੇ ਹੋ ਜਾਂਦਾ, ਉਹ ਦਿਸਦਾ ਵੀ ਨਹੀਂ। ਹੱਥ ਵਿੱਚ ਨਬਜ਼ਾਂ ਦੀਆਂ ਨਬਜ਼ਾਂ ਫੜੀਆਂ ਰਹਿ ਜਾਂਦੀਆਂ ਨੇ, ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿੱਧਰ ਚਲਿਆ ਗਿਆ। ਇਹ ਮਹਾਰਾਜ ਫਿਰ ਕਿਉਂ ਹੈ ਵੀ ਆਉਂਦਾ ਹੋਇਆ ਤਾਂ ਜਨਮ ਲੈ ਕੇ ਦਿਸਦਾ, ਤੇ ਜਦੋਂ ਮਰਿਆ ਹੋਇਆ ਜਾਂਦਾ ਉਦੋਂ ਅਨਦ੍ਰਿਸ਼ਟੇ ਹੋ ਜਾਂਦਾ, ਦਿਸਦਾ ਹੀ ਨਹੀਂ ਕਿਸੇ ਨੂੰ, ਗੁਪਤੇ ਹੋ ਜਾਂਦਾ। ਫਿਰ ਕਿੱਧਰ ਚਲਿਆ ਜਾਂਦਾ ਮਹਾਰਾਜ? ਤੁਸੀਂ ਕਹਿੰਦੇ ਕੋਈ ਜਨਮਦਾ ਨਹੀਂ, ਕੋਈ ਮਰਦਾ ਨਹੀਂ। ਅੱਗੇ ਮਹਾਰਾਜ ਕਹਿਣ ਲੱਗੇ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ। ਇਸੇ ਵਿੱਚੋਂ ਹੀ ਇਸ ਦਾ ਉੱਤਰ ਸਮਝੋ। ਮਹਾਰਾਜ ਕਹਿੰਦੇ ਅਨ ਜਿਹੜੀ ਦ્વੈਤ ਹੈ ਨਾ, ਦ્વੈਤ, ਇਹ ਦ્વੈਤ ਦ੍ਰਿਸ਼ਟੀ ਕਰਕੇ ਹੋ ਰਿਹਾ ਸਾਰਾ ਕੁਝ। ਇਹ ਦ્વੈਤ ਦ੍ਰਿਸ਼ਟੀ ਦੇ ਵਿੱਚ ਪੈਣੇ ਕਰਕੇ ਸਭ ਕੁਝ ਆਉਂਦਾ ਹੋਇਆ ਜਨਮ ਲੈ ਕੇ ਦਿਸਦਾ, ਤੇ ਮਰਦਾ ਹੋਇਆ ਜਿਹੜਾ ਅਨਦ੍ਰਿਸ਼ਟ ਹੋ ਜਾਂਦਾ, ਇਹ ਭਾਸਦਾ। ਇਹ ਸਿਰਫ ਤੇ ਸਿਰਫ ਮਹਾਰਾਜ ਕਹਿੰਦੇ ਅਨਦ્વੈਤ ਕਰਕੇ ਹੀ ਹੈ। ਅਸਲ ਦੇ ਵਿੱਚ ਕੋਈ ਚੀਜ਼ ਜਨਮ ਲੈ ਕੇ ਆਉਂਦੀ ਨਹੀਂ, ਕੋਈ ਚੀਜ਼ ਮਰ ਕੇ ਜਾਂਦੀ ਨਹੀਂ ਹੈ। ਸਭ ਕੁਝ ਇਹੀ ਮਹਾਰਾਜ ਦਾ ਕੌਤਕ ਹੈ, ਚਲਿੱਤਰ ਹੈ, ਜਿਹੜਾ ਕਿਸੇ ਬ੍ਰਹਮ ਗਿਆਨੀ ਨੂੰ ਹੀ ਸਮਝ ਆਉਂਦਾ। ਇਹ ਹੋਰ ਕਿਸੇ ਨੂੰ ਸਮਝ ਨਹੀਂ ਆ ਸਕਦਾ। ਮਹਾਰਾਜ ਕਹਿਣ ਲੱਗੇ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਉਸ ਵਾਹਿਗੁਰੂ ਨੇ ਸਾਰੀ ਜਿਹੜੀ ਸ੍ਰਿਸ਼ਟੀ ਆਪਣੀ ਆਗਿਆ ਦੇ ਵਿੱਚ ਧਾਰਨ ਕੀਤੀ ਹੋਈ ਹੈ। ਆਉਣਾ ਜਾਣਾ, ਦ੍ਰਿਸ਼ਟ ਅਨਦ੍ਰਿਸ਼ਟ ਹੈ, ਜਿਹੜਾ ਦਿਸਦਾ ਹੈ, ਜਿਹੜਾ ਗੁਪਤ ਹੈ, ਇਹ ਸਾਰੀ ਦਿਸਣ ਵਾਲੀ ਗੁਪਤ ਵਾਲੀ ਗੁਪਤ ਹੈ ਜਿਹੜੀ ਸ੍ਰਿਸ਼ਟੀ, ਇਹ ਸਭ ਉਸ ਪਰਮਾਤਮਾ ਦੀ ਆਗਿਆ ਵਿੱਚ ਹੀ ਹੈ। ਉਸ ਨੇ ਆਪਣੀ ਆਗਿਆ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਧਾਰਨ ਕੀਤਾ ਹੋਇਆ। ਮਹਾਰਾਜ ਕਹਿੰਦੇ, ਆਪੇ ਆਪ ਸਗਲ ਮਹਿ ਆਪ। ਇਹ ਜਿਹੜੀ ਪੌੜੀ ਹੈ ਨਾ, ਥੋੜੀ ਜਿਹੀ ਇਹ ਅਧਿਆਤਮਕ ਪੱਖ ਵਾਲੀ ਹੈ। ਜੇ ਆਪਾਂ ਇਸ ਦੀ ਵਿਚਾਰ ਕਰੀਏ ਤੇ ਬਹੁਤ ਡੂੰਘੀ ਵਿਚਾਰ ਚਲੀ ਜਾਣੀ, ਬਹੁਤ ਲੰਬੀ ਚਲੀ ਜਾਣੀ। ਇਸ ਕਰਕੇ ਮੇਰਾ ਮੰਤਵ ਹੈ ਵੀ ਤੁਹਾਨੂੰ ਇਹਦੇ ਅਰਥ ਹੈ ਜਿਹੜੇ ਫਿਰ ਵੀ ਆਪਣੇ ਵੱਲੋਂ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਵੀ ਅਰਥ ਤੁਸੀਂ ਜਾਣ ਸਕੋ। ਮਹਾਰਾਜ ਬਚਨ ਕਰਦੇ ਹਨ, ਆਪੇ ਆਪ ਸਗਲ ਮਹਿ ਆਪ। ਉਹ ਵਾਹਿਗੁਰੂ ਆਪ ਹੀ ਆਪ ਹੈ ਸਾਰਿਆਂ ਦੇ ਵਿੱਚ। ਉਸ ਵਾਹਿਗੁਰੂ ਨੇ ਆਪਣਾ ਆਪ ਸਰੂਪ ਧਾਰਨ ਕੀਤਾ ਹੋਇਆ। ਸਾਰਿਆਂ ਵਿੱਚ ਜਿੰਨੇ ਵੀ ਹੈ, ਅੰਡਜ ਖਾਣੀ ਦੇ ਜੀਵ, ਜੇਰਜ ਖਾਣੀ ਦੇ ਜੀਵ, ਜਿੰਨੇ ਵੀ ਜੋ ਵੀ ਤੁਸੀਂ ਦੇਖ ਰਹੇ ਹੋ, ਦਰਖਤ, ਇਹ ਵੀ ਜੂਨਾਂ ਦੇ ਵਿੱਚ ਨੇ। ਜਿੰਨੇ ਵੀ ਜੀਵ ਹਨ, ਇਹ ਸਾਰੇ ਜੀਵਾਂ ਦੇ ਵਿੱਚ ਆਪੇ ਆਪ ਸਗਲ ਮਹਿ ਆਪ। ਉਹ ਆਪ ਹੀ ਆਪ ਵਾਹਿਗੁਰੂ ਨੇ ਸਾਰਿਆਂ ਵਿੱਚ ਆਪਣਾ ਆਪ ਸਰੂਪ ਰੱਖਿਆ ਹੋਇਆ। ਸਾਰਿਆਂ ਦੇ ਅੰਦਰ ਦੇਖ ਲਓ ਜੋਤ ਹੈ। ਇੱਕ ਛੋਟਾ ਜਿਹਾ ਕੀੜਾ, ਉਹਦੇ ਅੰਦਰ ਵੀ ਪਰਮਾਤਮਾ ਦੀ ਜੋਤ ਹੈ। ਸਾਰਿਆਂ ਦੇ ਅੰਦਰ ਉਸ ਵਾਹਿਗੁਰੂ ਨੇ ਆਪਣੇ ਆਪ ਨੂੰ ਰੱਖਿਆ ਹੋਇਆ ਹੈ। ਅਨੇਕ ਜੁਗਤ ਰਚ ਥਾਪ ਉਥਾਪ। ਅਨੇਕਾਂ ਜੁਗਤੀਆਂ ਦੇ ਨਾਲ ਇਹ ਸ੍ਰਿਸ਼ਟੀ ਨੂੰ ਵਾਹਿਗੁਰੂ ਨੇ ਰਚਿਆ ਹੈ। ਰਚ ਕੇ ਉਹਨਾਂ ਨੂੰ ਸਥਿਤ ਕੀਤਾ। ਫਿਰ ਜਦੋਂ ਉਹਦਾ ਜੀ ਕਰਦਾ ਸਾਰੀ ਸ੍ਰਿਸ਼ਟੀ ਨੂੰ ਉਥਾਪ ਪਰਲੋ ਵੀ ਕਰ ਦਿੰਦਾ, ਉਹ ਸਾਰੀ ਸ੍ਰਿਸ਼ਟੀ ਦਾ ਅੰਤ ਵੀ ਕਰ ਦਿੰਦਾ ਵਾਹਿਗੁਰੂ। ਅਬਿਨਾਸੀ ਨਾਹੀ ਕਿਛ ਖੰਡ। ਪਰ ਉਹ ਵਾਹਿਗੁਰੂ ਨਹੀਂ ਮਰਦਾ। ਉਹ ਨਾ ਪਹਿਲਾਂ ਕਦੇ ਮਰਿਆ ਸੀ, ਨਾ ਹੁਣ ਮਰਨ 'ਚ ਹੈ, ਨਾ ਕਦੇ ਅੱਗੇ ਤੋਂ ਕਦੇ ਮਰੇਗਾ।
ਉਹਦਾ ਸਰੂਪ ਹੈ ਜਿਹੜਾ ਉਹ ਨਾਸ ਤੋਂ ਰਹਿਤ ਅਬਿਨਾਸੀ ਆ ਉਹ ਵਾਹਿਗੁਰੂ। ਨਾ ਹੀ ਕਿਛ ਖੰਡ, ਉਹਦਾ ਖੰਡਨ ਨਹੀਂ ਹੋ ਸਕਦਾ, ਉਹਦੇ ਵਿੱਚ ਕੋਈ ਉਹਦੇ ਟੁਕੜੇ ਨਹੀਂ ਹੋ ਸਕਦੇ, ਉਹ ਦੇਸ਼ ਕਾਲ ਵਸਤੂ ਪ੍ਰਛੇਦ ਨਹੀਂ ਹੋ ਸਕਦਾ। ਮਹਾਰਾਜ ਕਹਿਣ ਲੱਗੇ ਉਹਦਾ ਸਰੂਪ ਹੈ ਜਿਹੜਾ ਟੁੱਟਣ ਤੋਂ ਰਹਿਤ ਸਰੂਪ ਹੈ ਉਸਦਾ, ਉਹਨੂੰ ਕੋਈ ਤੋੜ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਉਹ ਨਾਸ ਤੋਂ ਰਹਿਤ ਹੈ। ਧਾਰਨ ਧਾਰ ਰਹਿਓ ਬ੍ਰਹਿਮੰਡ, ਆ ਸਾਰੀ ਬ੍ਰਹਿਮੰਡ ਦੀ ਜਿਹੜੀ ਧਾਰਨਾ ਹੈ ਇਹ ਉਸ ਵਾਹਿਗੁਰੂ ਨੇ ਆਪਣੇ ਆਪ ਹੀ ਆਪਣੇ ਸਰੂਪ ਵਿੱਚ ਧਾਰਨ ਕੀਤੀ ਹੋਈ ਹੈ। ਅਲਖ ਅਭੇਵ ਪੁਰਖ ਪ੍ਰਤਾਪ, ਉਹ ਵਾਹਿਗੁਰੂ ਅਲਖ ਹੈ, ਉਹਦਾ ਕੋਈ ਭੇਦ ਨਹੀਂ ਪਾ ਸਕਦਾ, ਪੁਰਖ ਪੂਰਨ ਹੈ, ਉਹਦਾ ਪ੍ਰਤਾਪ ਸਾਰੇ ਪਾਸੇ ਆ, ਉਹਦਾ ਫੈਲਿਆ ਹੋਇਆ ਵਾਹਿਗੁਰੂ ਦਾ। ਆਪ ਜਪਾਏ ਤਾਂ ਨਾਨਕ ਜਾਪ, ਜੇ ਵਾਹਿਗੁਰੂ ਆਪ ਕਿਸੇ ਤੋਂ ਆਪਣਾ ਜਾਪ ਜਪਾ ਲਵੇ, ਆਪਣੀ ਭਗਤੀ ਕਰਾ ਲਵੇ, ਉਹ ਉਸ ਦੀ ਭਗਤੀ ਕਰਦਾ ਭਾਈ। ਅੱਗੇ ਮਹਾਰਾਜ ਹੁਣ ਆਪਣਿਆਂ ਭਗਤਾਂ ਦੀ, ਆਪਣਿਆਂ ਸਾਧੂਆਂ ਦੀ ਵਡਿਆਈ ਕਰਦੇ ਹੈ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਕਹਿੰਦੇ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਾਣ ਲਿਆ ਸਾਰਿਆਂ ਵਿੱਚ, ਜਿਨ੍ਹਾਂ ਨੇ ਉਸ ਨੂੰ ਬੁੱਝ ਲਿਆ ਸਮਝ ਲਿਆ, ਫਿਰ ਮਹਾਰਾਜ ਕਹਿੰਦੇ ਉਹ ਸੋਭਾ ਵਾਲੇ ਹੋ ਜਾਂਦੇ ਹੈ। ਉਹਨਾਂ ਦੀ ਦੁਨੀਆ ਦੇ ਵਿੱਚ, ਲੋਕ ਪਰਲੋਕ ਦੇ ਵਿੱਚ ਸਾਰੇ ਪਾਸੇ ਸੋਭਾ ਹੋ ਜਾਂਦੀ, ਜਿਹੜੇ ਪਰਮਾਤਮਾ ਦੇ ਸਰੂਪ ਨੂੰ ਜਾਣ ਲੈਂਦੇ। ਪਰਲੋਕ ਦੇ ਵਿੱਚ ਵੀ ਉਹਨਾਂ ਦੀ ਬੜੀ ਆਓ ਭਗਤ ਹੁੰਦੀ ਹੈ, ਸਾਰੇ ਪਾਸੇ ਸੋਭਾ ਹੁੰਦੀ ਹੈ। ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਅਵਰ ਨਾ ਕੋਏ, ਨਾ ਤਾਂ ਉਹਨਾਂ ਬਰਾਬਰ ਕਿਸੇ ਰਾਜੇ ਦੀ ਸੋਭਾ, ਨਾ ਉਹਨਾਂ ਦੇ ਬਰਾਬਰ ਕਿਸੇ ਪੰਡਤ ਵਿਦਵਾਨ ਦੀ ਸੋਭਾ, ਨਾ ਉਹਨਾਂ ਦੇ ਬਰਾਬਰ ਕਿਸੇ ਸੂਰਮੇ ਦੀ ਸੋਭਾ। ਉਹਨਾਂ ਦੀ ਸੋਭਾ ਸਭ ਤੋਂ ਉੱਚੀ ਹੈ। ਉਹ ਐਸੇ ਰੱਬ ਦੇ ਪਿਆਰੇ ਜਿਹੜੇ ਵਾਹਿਗੁਰੂ ਨੂੰ ਜਾਣ ਲੈਂਦੇ ਆ। ਸਗਲ ਸੰਸਾਰ ਉਧਰੈ ਤਿਨ ਮੰਤ, ਤੇ ਬਾਕੀ ਜਿੰਨਾ ਸੰਸਾਰ ਹੈ ਉਹਨਾਂ ਤੋਂ ਮੰਤਰ ਲੈ ਕੇ, ਉਪਦੇਸ਼ ਲੈ ਕੇ, ਜੇ ਇਹ ਉਹਨਾਂ ਦੀ ਸ਼ਰਨ ਦੇ ਵਿੱਚ ਆ ਜਾਵੇ, ਇਹਨਾਂ ਦਾ ਵੀ ਉਧਾਰ ਹੋ ਜਾਂਦਾ। ਫਿਰ ਇਹ ਜਿਹੜੇ ਸੰਸਾਰਕ ਜੀਵ ਨੇ ਨਾ, ਜਦੋਂ ਇਹ ਉਹਨਾਂ ਗੁਰਮੁਖਾਂ ਦੀ, ਜਿਨ੍ਹਾਂ ਨੇ ਵਾਹਿਗੁਰੂ ਨੂੰ ਜਾਣ ਲਿਆ, ਉਹਨਾਂ ਦੀ ਸ਼ਰਨ 'ਚ ਪੈ ਕੇ ਜਦੋਂ ਉਹਨਾਂ ਤੋਂ ਗੁਰਮੰਤਰ ਲੈਂਦੇ ਹੈ, ਉਹਨਾਂ ਤੋਂ ਜੁਗਤ ਲੈਂਦੇ ਹੈ, ਮੰਤਰ ਲੈਂਦੇ, ਉਹਨਾਂ ਦੇ ਮੰਤਰ ਦੇ ਨਾਲ ਬਾਕੀਆਂ ਦਾ ਵੀ ਉਧਾਰ ਹੋ ਜਾਂਦਾ, ਉਹ ਵੀ ਆਪਣਾ ਉਧਾਰ ਕਰਾ ਲੈਂਦੇ ਆ। ਪ੍ਰਭ ਕੇ ਸੇਵਕ ਸਗਲ ਉਧਾਰਨ, ਜਿਹੜੇ ਪ੍ਰਭੂ ਦੇ ਸੇਵਕ ਆ ਨਾ ਰੱਬ ਦੇ, ਉਹ ਸਾਰਿਆਂ ਦਾ ਉਧਾਰ ਕਰਨ ਯੋਗ ਨੇ, ਉਹ ਸਾਰਿਆਂ ਦਾ ਉਧਾਰ ਕਰ ਦਿੰਦੇ। ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਜੇ ਕਿਸੇ ਨੂੰ ਦੁੱਖ ਹੈ, ਤਕਲੀਫ ਹੈ, ਜੋ ਦੁੱਖਾਂ ਵਾਲਾ, ਤਕਲੀਫ ਵਾਲਾ ਕੋਈ ਉਹਨਾਂ ਗੁਰਮੁਖਾਂ ਦੀ ਸ਼ਰਨ ਦੇ ਵਿੱਚ ਚੱਲਿਆ ਜਾਵੇ, ਉਹ ਉਹਦੇ ਸਾਰੇ ਦੁੱਖਾਂ ਨੂੰ ਮੇਟ ਦਿੰਦੇ ਆ। ਉਹ ਇੰਨੇ ਸਮਰੱਥ ਵਾਹਿਗੁਰੂ ਨੇ ਉਹਨਾਂ ਨੂੰ ਇੰਨੀ ਕੁ ਸਮਰੱਥਾ ਬਖਸ਼ ਦਿੱਤੀ ਹੈ ਕਿ ਜਿਹੜਾ ਵੀ ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਚੱਲਿਆ ਜਾਵੇ, ਕੋਈ ਦੁਖੀਆ ਹੋਵੇ, ਕੋਈ ਤਕਲੀਫ ਹੋਵੇ, ਜਿਸ ਨੂੰ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਬੇਨਤੀ ਕਰਨ, ਉਹਨਾਂ ਨੂੰ ਤਰਸ ਆ ਜਾਵੇ, ਉਹ ਉਹਨਾਂ ਦੇ ਸਾਰੇ ਦੁੱਖਾਂ ਨੂੰ ਮੇਟ ਦਿੰਦੇ। ਐਸੇ ਉਹ ਮਹਾਤਮਾ ਹੁੰਦੇ ਆ। ਅੱਗੇ ਮਹਾਰਾਜ ਕਹਿੰਦੇ ਹਨ, ਆਪੇ ਮੇਲ ਲਏ ਕਿਰਪਾਲ, ਉਹਨਾਂ ਨੂੰ ਵਾਹਿਗੁਰੂ ਨੇ ਆਪ ਹੀ ਆਪਣੇ ਸਰੂਪ ਦੇ ਵਿੱਚ ਮੇਲ ਲਿਆ। ਗੁਰ ਕਾ ਸ਼ਬਦ ਜਪ ਭਏ ਨਿਹਾਲ, ਕਿਉਂਕਿ ਉਹਨਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ, ਉਹਨਾਂ ਨੇ ਵਾਹਿਗੁਰੂ ਦਾ ਸ਼ਬਦ ਜਪਿਆ, ਮੂਲ ਮੰਤਰ ਦਾ ਅਭਿਆਸ ਕੀਤਾ, ਬਾਣੀ ਪੜ੍ਹੀ ਹੈ ਉਹਨਾਂ ਨੇ ਵੱਧ ਤੋਂ ਵੱਧ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਉਹ ਮਹਾਰਾਜ ਦਾ ਗੁਰ ਕਾ ਸ਼ਬਦ ਜਪ ਭਏ ਨਿਹਾਲ, ਗੁਰੂ ਦਾ ਸ਼ਬਦ ਜਪ ਕੇ ਉਹ ਨਿਹਾਲ ਹੋ ਗਏ, ਦੁੱਖਾਂ ਤੋਂ ਰਹਿਤ ਹੋ ਗਏ ਹੈ। ਉਨਕੀ ਸੇਵਾ ਸੋਈ ਲਾਗੈ। ਫਿਰ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਉਹਨਾਂ ਗੁਰਮੁਖਾਂ ਦੀ ਸੇਵਾ ਬਖਸ਼ ਦਿਓ, ਅਸੀਂ ਵੀ ਉਹਨਾਂ ਦੀ ਸੇਵਾ ਕਰਕੇ ਆਪਣੀ ਕਲਿਆਣ ਕਰ ਲਈਏ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਉਨਕੀ ਸੇਵਾ ਸੋਈ ਲਾਗੈ, ਉਹਨਾਂ ਦੀ ਸੇਵਾ ਵਿੱਚ ਉਹ ਲੱਗਦਾ, ਉਹਨਾਂ ਨੂੰ ਉਹਨਾਂ ਦੀ ਸੇਵਾ ਮਿਲਦੀ ਹੈ ਜਿਸ ਨੂੰ ਕਿਰਪਾ ਕਰਹਿ ਵੱਡ ਭਾਗੈ। ਜਿਨ੍ਹਾਂ ਦੇ ਉੱਤੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਤੇ ਜਿਨ੍ਹਾਂ ਤੇ ਕਿਰਪਾ ਕਰਦਾ ਵਾਹਿਗੁਰੂ, ਉਹ ਵੱਡਿਆਂ ਭਾਗਾਂ ਵਾਲੇ ਉਹਨਾਂ ਦੀ ਸੇਵਾ ਵਿੱਚ ਲੱਗਦੇ ਆ। ਕਿਉਂਕਿ ਸਾਧੂ ਦੀ ਸੇਵਾ ਕਰਨੀ ਹਰ ਇੱਕ ਬੰਦੇ ਦੇ ਨਸੀਬ 'ਚ ਨਹੀਂ ਹੁੰਦੀ। ਕੋਈ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰਦਾ, ਉਹ ਉਹਨਾਂ ਦੀ ਸੇਵਾ ਵਿੱਚ ਲੱਗਦੇ ਆ। ਨਾਮ ਜਪਤ ਪਾਵਹਿ ਬਿਸਰਾਮ, ਫਿਰ ਉਹ ਨਾਮ ਜਪ ਕੇ ਸਿਮਰਨ ਕਰਕੇ ਜਿਹੜੇ ਉਹਨਾਂ ਦੀ ਸੇਵਾ ਵਿੱਚ ਲੱਗਦੇ ਆ, ਉਹ ਵੀ ਵਿਸ਼ਰਾਮ ਪਾ ਲੈਂਦੇ, ਉਹਨਾਂ ਦਾ ਵੀ ਜਨਮ ਮਰਨ ਹੈ ਜਿਹੜਾ ਖਤਮ ਹੋ ਜਾਂਦਾ ਹੈ। ਨਾਨਕ ਤਿੰਨ ਪੁਰਖ ਕੋ ਉਤਮ ਕਰਮਾਨ, ਉਹਨਾਂ ਪੁਰਖਾਂ ਨੂੰ ਸਭ ਤੋਂ ਉੱਤਮ ਕਰਕੇ ਮੰਨੋ, ਉਹ ਰੱਬ ਦੇ ਪਿਆਰੇ ਹੈ। ਅੱਗੇ ਮਹਾਰਾਜ ਬਚਨ ਕਰਦੇ, ਜੋ ਕਿਛ ਕਰੈ
सो प्रभ कै रंग। वो गुरमुख प्यारे ऐसे ने, वो भाना मनदे है रब दा। वो जो कुछ भी वाहिगुरु करदा है सो प्रभ कै रंग, वो हमेशा प्रभु दे प्रेम रंग दे विच ही रंगे रहिंदे। वो कदे परमात्मा नूं शिकायत नहीं करदे। वो कदे वाहिगुरु नूं ये नहीं कहंदे वाहिगुरु तूं आ माड़ा कीता, नहीं। वो दे प्रेम रंग दे विच रंगे रहिंदे। जो वाहिगुरु करदा उहदे विच ही खुश रहिंदे आ। जो किश करै सो प्रभ कै रंग। ते वो गुरमुख प्यारे जो भी कुछ करदे आ परमात्मा दे भाणे दे विच ही करदे आ। वो तो बाहर रह के कुछ नहीं करदे। सदा सदा बसै हर संग। ते वो वाहिगुरु भी सदा सदा उन्हां दे नाल ही वसदा। देख लो हर वक्त उन्हां दे अंग संग रहिंदा वाहिगुरु भी। सहज सुभाए होवै सो होए। फिर वो जिहड़े गुरमुख है कदे भी अपनी हौमै करके कोई काम नहीं करते भी मैं कर रहा। कहंदे नहीं, जो कुछ हो रहा वाहिगुरु वल्लों हो रहा। सहज सुभाए होवै सो होए। कहने लगे जो भी हो रहा है वो वाहिगुरु दे सुते सिद्ध सहज सुभाए परमात्मा की रजा च ही हो रहा। असी कौन हुन्ने कुछ करन वाले। वो कदे भी अपनी हौमै नहीं रखते। करना हार पछाणै सोए। वो पछाणते भी वाहिगुरु ही सारे कौतुकां नूं करन हार है। वो परमात्मा ही करता सब कुछ। प्रभ का किया जन मीठ लगाना। जे वो किते किसी दे किसी गरीब की मदद भी करते हैं ना, किते किसी ते उपकार करते हैं, वो कदे हौमै नहीं करते। वो ये गल कहणगे करना हार पछाणा। वो सब कुछ करन हार वाहिगुरु आप ही है। ਉਹੀ है सारिਆਂ की मदद करने वाला। असी कौन हुन्ने आ? वो वाहिगुरु नहीं पछाणदे। अगे बचन करते हैं सतगुरु, प्रभ का किया जन मीठ लगाना। महाराज कह लगे प्रभु का किया होया जो वाहिगुरु करदा है उन्हां जनां नूं मिठा लगदा, उहदा भाणा मिठा लगदा उन्हां। प्रभ का किया जन मीठ लगाना। उन्हां जनां नूं परमात्मा दा कीता होया मिठा लगदा भी जो वाहिगुरु कर रहा उहदे भाणे विच रहिंदे। जैसा सा तैसा दृष्टाना। फिर महाराज भी उन्हां ते किरपा करदा। जिहो जिहा वाहिगुरु दा स्वरूप है ना, वो अपना वैसा ही स्वरूप वास्तविक स्वरूप उन्हां नूं दिखा दिंदा। वो सारिਆਂ विच अपना आप स्वरूप दिखा दिंदा वाहिगुरु उन्हां नूं। फिर जिस ते उपजे तिस माहे समाए। जिस वाहिगुरु तो पैदा होए सी ना, फिर एक दिन महाराज की किरपा होंदी है, उहदे विच ही लीन हो जाते भगती करके बंदगी करके। ओए सुख निधान उन्हू बनिया। वो वाहिगुरु जिहड़ा सुखां दा निधान खजाना है उन्हू बनिया। वो सुखां दा खजाना वाहिगुरु उन्हां नूं ही बनिया हुंदा जी। वो सुख निधान उन्हू बनिया। वो जिहड़ा पार उस वाहिगुरु का जिहड़ा ब्रह्मानंद है ना, सुखां दा खजाना, सारे सुखां दा खजाना की है ब्रह्मानंद, जिहदे विच सारे सुख आनंद ने, उन्हों बनिया है। ये उन्हां नूं ही बनिया हुंदा, क्योंकि उही ने इस आनंद नूं इस रस नूं जर सकदे नहीं। आम बंदे तो यह रस जरिया भी नहीं जाता हैगा। ये उन्हां नूं ही बनिया हुंदा। अगे महाराज कहंदे आपस को आप दीनो मान। उन्हां गुरमुखां ने अपने आप नूं जिहड़ा उस परमात्मा दे परायण कर लिया ना, उसका ही स्वरूप समझ के उसे दे आसरे रह गए। ये अपने आप नूं उन्हां ने मान दिता। उन्हां गुरमुखां ने उन्होंने अपने आप नूं वाहिगुरु दे आसरे जिहड़ा ढाल लिया ना, उहदा ही स्वरूप बना लिया। ब्रह्म ज्ञानी आप परमेश्वर, ये मान उन्होंने अपने आप नूं ही बख्श लिया है। जां वाहिगुरु ने ये जिहड़ा ब्रह्म ज्ञानी आप परमेश्वर अपना मान आप ही उन्होंने बख्शिया। महाराज कहन लगे नानक प्रभ जन एको जान। कहते भाई वो जन ते प्रभु दोहां नूं इक्को ही समझो, वखरे वखरे नहीं है। इस प्रकार ये तुसीं बचन सरवण कीते हन। होईयां बिनत गलतियां दी माफ़ी बख्शणी। देहो सज्जण सीसड़ियां जो होवे साहिब से मेल। वाहिगुरु जी का खालसा वाहिगुरु जी की फतेह।